ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਲੁਕਮਾ ਸੱਚ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਇੱਕ ਵੱਡੇ ਝੂਠ ਦਾ ਲੁਕਮਾ ਸੱਚ। ਗੱਲਬਾਤ ਕਰਾਂਗੇ ਕਿ ਰਾਤੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਰਾਣਾ ਸੋਢੀ ਦੇ ਵੱਲੋਂ ਜਿਹੜਾ ਇੱਕ ਖਾਣੇ ਦਾ ਆਯੋਜਨ ਕੀਤਾ ਗਿਆ ਸੀ, ਜਿਹਦੇ ਵਿੱਚ ਕਾਂਗਰਸ ਦੇ ਲੀਡਰ, ਵਿਧਾਇਕ, ਮੰਤਰੀ ਤੇ ਸੰਸਦ ਜਿਹੜੇ ਸੱਦੇ ਗਏ ਸੀ ਤੇ ਉਹਦੇ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕਰੀਬਨ 60 ਵਿਧਾਇਕ ਜਿਹੜੇ ਆ ਉਹ ਪਹੁੰਚੇ ਨੇ ਖਾਣਾ ਖਾਣ ਦੇ ਲਈ ਤੇ ਨਾਲ ਉਹਨਾਂ ਦੇ 8 ਸੰਸਦ ਵੀ ਪਹੁੰਚੇ ਨੇ, ਯਾਨੀ ਕਿ ਐਮਪੀ ਵੀ ਪਹੁੰਚੇ ਨੇ ਤੇ ਉਹਨਾਂ ਨੇ ਭਰੋਸਾ ਜਤਾਇਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਤੋਂ ਉਹ ਖੁਸ਼ ਨੇ ਤੇ ਉਹ ਚਾਹੁੰਦੇ ਨੇ ਕਿ 2022 ਦੀ ਅਗਵਾਈ ਜਿਹੜੀ ਹੈ ਉਹ ਕੈਪਟਨ ਅਮਰਿੰਦਰ ਸਿੰਘ ਹੀ ਕਰਨ। ਅਜਿਹਾ ਤਾਂ ਕਰਨਾ ਪਿਆ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕੁਝ ਦਿਨ ਪਹਿਲਾਂ ਬਗਾਵਤ ਉੱਠੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਜਾਵੇ। ਹਾਲਾਂਕਿ ਇਹ ਬਗਾਵਤ ਕੱਲ ਹੀ ਜਾਂ ਪਰਸੋਂ ਜਾਂ ਥੋੜੇ ਦਿਨਾਂ ਤੋਂ ਨਹੀਂ ਉੱਠੀ, ਇਹ ਤਾਂ ਬੜੇ ਸਾਲਾਂ ਤੋਂ ਜਿਹੜੀ ਉੱਠ ਰਹੀ ਹੈ। ਕਈ ਸਾਲ ਹੋ ਗਏ ਨੇ, 2-2.5 ਸਾਲ ਆਪਾਂ ਕਹਿ ਸਕਦੇ ਹਾਂ ਬਗਾਵਤ ਉੱਠਦੀ ਰਹੀ। ਹਾਲਾਂਕਿ ਇਹ ਬਗਾਵਤ ਦੱਬੀ ਜ਼ੁਬਾਨ ਦੇ ਵਿੱਚ ਉੱਠ ਰਹੀ ਸੀ, ਪਰ ਹੁਣ ਉਹ ਅੱਗ ਬਬੂਲਾ ਬਣ ਗਏ ਤੇ ਉਹਨਾਂ ਨੇ ਕਹਿ ਦਿੱਤਾ ਸੀ ਸਿੱਧੇ ਤੌਰ ਤੇ ਕਿ ਸਾਨੂੰ ਇਹ ਮੁੱਖ ਮੰਤਰੀ ਹੀ ਨਹੀਂ ਚਾਹੀਦਾ। ਤਾਂ ਉਹ ਸ਼ਕਤੀ ਪ੍ਰਦਰਸ਼ਨ ਇਸ ਲਈ ਕੀਤਾ ਜਾ ਰਿਹਾ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਕਿ ਭਾਈ ਮੈਂ ਹਲੇ ਤਕੜਾ, ਮੈਂ ਹਲੇ ਕੁਰਸੀ ਜਿਹੜੀ ਆ ਮੁੱਖ ਮੰਤਰੀ ਦੀ ਉਹ ਛੱਡਣ ਵਾਲਾ ਨਹੀਂ, ਜਿਸ ਦੇ ਲਈ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਇੰਨੇ ਵਿਧਾਇਕ ਕਰੀਬਨ 60 ਪਹੁੰਚੇ ਨੇ ਤੇ ਉਹਨਾਂ ਨੇ ਭਰੋਸਾ ਜਤਾਇਆ ਕਿ ਜਿਹੜਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਅਗਵਾਈ ਕਰਨ 2022 ਦੀਆਂ ਚੋਣਾਂ ਦੀ। ਪਰ ਅਸੀਂ ਇਸ ਝੂਠ ਦਾ ਪਰਦਾਫਾਸ਼ ਕਰਾਂਗੇ ਇਸ ਪ੍ਰੋਗਰਾਮ ਦੇ ਰਾਹੀਂ। ਐਕਸਕਲੂਸਿਵ ਜਾਣਕਾਰੀ ਤੁਹਾਨੂੰ ਦਵਾਂਗੇ ਕਿ ਉੱਥੇ ਜਿੰਨੇ ਦੱਸੇ ਗਏ ਵਿਧਾਇਕ ਨੇ ਉਹਨੇ ਉੱਥੇ ਪਹੁੰਚੇ ਹੀ ਨਹੀਂ। ਉਹ ਵਿਧਾਇਕਾਂ ਦੀ ਗਿਣਤੀ ਤਾਂ ਦੱਸੀ ਗਿਣਤੀ ਤੋਂ ਬਹੁਤ ਜ਼ਿਆਦਾ ਘੱਟ ਸੀ। ਕਿੰਨੇ ਵਿਧਾਇਕ ਸੀਗੇ ਉਹ ਵੀ ਤੁਹਾਨੂੰ ਦੱਸਾਂਗੇ ਤੇ ਇਹ ਵਿਧਾਇਕ ਜਾਣ ਤੋਂ ਪਹਿਲਾਂ, ਕੈਪਟਨ ਅਮਰਿੰਦਰ ਸਿੰਘ ਦੇ ਖਾਣੇ 'ਚ ਜਾਣ ਤੋਂ ਪਹਿਲਾਂ ਕਿਸ ਤਰੀਕੇ ਦੇ ਨਾਲ ਕਿਸ ਨੂੰ ਫੋਨ ਕਰਕੇ ਗਏ ਸੀ, ਇਸ ਤੇ ਵੀ ਗੱਲਬਾਤ ਤੁਹਾਨੂੰ ਚਾਨਣਾ ਪਾਵਾਂਗੇ। ਤਾਂ ਹੋਰ ਵੀ ਕੁਝ ਗੱਲਾਂ ਨੇ ਇਸ ਝੂਠ ਦੇ ਪਰਦਾਫਾਸ਼ ਦੀਆਂ, ਕਈ ਗੱਲਾਂ ਤੁਹਾਨੂੰ ਦੱਸਾਂਗੇ ਜਿਹੜੇ ਜਾਣ ਕੇ ਤੁਹਾਨੂੰ ਹੈਰਾਨੀ ਰਹਿ ਜਾਏਗੀ ਕਿ ਇੰਨਾ ਵੱਡਾ ਝੂਠ ਆਖਰ ਬੋਲਿਆ ਕਿਉਂ ਗਿਆ। ਇਹ ਵੀ ਤੁਹਾਨੂੰ ਦੱਸਾਂਗੇ ਕਿ ਕਿਉਂ ਬੋਲਿਆ ਗਿਆ। ਇੱਕ ਇੱਕ ਕਰਕੇ ਇਸ ਝੂਠ ਦਾ ਪਰਦਾਫਾਸ਼ ਕਰਾਂਗੇ ਕਿ ਆਖਿਰ ਇਹ ਗੇਮ ਰਚੀ ਕਿਉਂ ਜਾ ਰਹੀ ਹੈ, ਝੂਠ ਦੇ ਵਿੱਚ ਲੋਕਾਂ ਨੂੰ ਰੱਖਿਆ ਕਿਉਂ ਜਾ ਰਿਹਾ ਹੈ। ਇਹ ਸਾਰੀ ਜਿਹੜੀ ਨੰਬਰਿੰਗ ਦੀ ਗੇਮ ਚੱਲ ਰਹੀ ਹੈ ਉਹ ਤੁਹਾਨੂੰ ਦੱਸਾਂਗੇ। ਇਸ ਗੇਮ ਨੂੰ ਸਮਝਾਉਣ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲਈਏ। ਅਣਖੀ ਸਾਹਿਬ, ਸਵਾਗਤ ਹੈ ਪ੍ਰੋਗਰਾਮ ਵਿੱਚ। ਬਹੁਤ ਬਹੁਤ ਧੰਨਵਾਦ ਜੀ। ਅਣਖੀ ਸਾਹਿਬ, ਕਿਵੇਂ ਦੇਖਦੇ ਹੋ ਇਹ ਜਿਹੜਾ ਝੂਠ ਬੋਲਿਆ ਜਾ ਰਿਹਾ ਹੈ? ਦੱਸੇ ਜਿੰਨੇ ਵਿਧਾਇਕ ਆ ਕਹਿੰਦੇ ਗਿਣਤੀ ਤੋਂ ਬਹੁਤ ਜ਼ਿਆਦਾ ਘੱਟ ਸੀ। ਅਜਿਹੀਆਂ ਫਿਰ ਉਹਦੀਆਂ ਚਾਲਾਂ ਐਡੇ ਵੱਡੇ ਲੀਡਰ ਜੇ ਝੂਠ ਬੋਲਣ ਲੱਗੇ। ਫੋਟੋਆਂ ਮੈਂ ਕਹੂੰਗਾ ਆਪਣੇ 1 ਮਿੰਟ ਪਹਿਲਾਂ ਫੋਟੋਆਂ ਦਿਖਾ ਦਈਏ ਆਪਣੇ ਦਰਸ਼ਕਾਂ ਨੂੰ ਤੇ ਉਹ ਵੀਡੀਓ ਵੀ ਦਿਖਾ ਦਈਏ ਜਿਹੜੀ ਉਸ ਖਾਣੇ ਦੀਆਂ ਵੀਡੀਓਜ਼ ਤੇ ਫੋਟੋ ਹੈ ਉਹ ਦਿਖਾ ਦੇਣ। ਤੇ ਮੈਂ ਆਪਣੇ ਦਰਸ਼ਕਾਂ ਨੂੰ ਕਹਿਣਾ ਚਾਹੂੰਗਾ ਕਿ ਜਿਹੜੇ ਦਰਸ਼ਕ ਨੂੰ ਵੀ ਉਸ ਫੋਟੋ ਉਹਨਾਂ ਵੀਡੀਓ ਦੇ ਵਿੱਚ 58 ਵਿਧਾਇਕ ਜਾਂ 60 ਵਿਧਾਇਕ ਲੱਭ ਜਾਣ, ਕਿਰਪਾ ਕਰਕੇ ਉਹ ਮੈਸੇਜ ਕਰਕੇ ਦੱਸ ਦੇਣ ਜਾਂ ਕਮੈਂਟ ਕਰਕੇ ਦੱਸ ਦੇਣ ਕਿ ਭਾਈ ਮੈਨੂੰ 58 ਵਿਧਾਇਕ ਇਹਦੇ ਵਿੱਚ ਮਿਲ ਗਏ ਆ। ਸਾਨੂੰ ਤਾਂ ਮਿਲੇ ਕੋਈ ਨਹੀਂ। ਸਾਡੀ ਜਿਹੜੀ ਐਕਸਕਲੂਸਿਵ ਜਾਣਕਾਰੀ ਹੈ, ਭਰੋਸੇਯੋਗ ਜਾਣਕਾਰੀ ਹੈ, ਉਹ ਇਹੀ ਕਹਿੰਦੀ ਹੈ ਕਿ ਜਿੰਨੇ ਵਿਧਾਇਕ ਦੱਸੇ ਨੇ ਉਦੋਂ ਗਿਣਤੀ ਬਹੁਤ ਘੱਟ ਹੈ। ਕਿਵੇਂ ਦੇਖਦੇ ਹੋ ਅਣਖੀ ਸਾਹਿਬ ਇਸ ਝੂਠ ਨੂੰ? ਤੇ ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਤਸਵੀਰਾਂ ਨਾਲ ਦੀ ਨਾਲ ਜਾਰੀ ਰੱਖਣ ਜੀ। ਦੇਖੋ ਸੁਖਵਿੰਦਰ ਜੀ, ਇੱਕ ਹੁੰਦਾ ਝੂਠ ਬੋਲਣਾ। ਝੂਠ ਤੁਸੀਂ ਜਿੰਨਾ ਮਰਜ਼ੀ ਬੋਲ ਲਓ, ਕਿਉਂਕਿ ਝੂਠ ਜਿਹੜਾ ਸੱਚ ਤੇ ਝੂਠ ਬੰਦੇ ਦੀ ਇੱਕ ਫਿਤਰਤ ਆ, ਉਹਦੇ ਨਾਲ ਹਮੇਸ਼ਾ ਚੱਲਦਾ। ਪਰ ਜਿਸ ਤਰੀਕੇ ਨਾਲ ਰਾਤੀ ਕੈਪਟਨ ਧੜੇ ਵੱਲੋਂ ਝੂਠ ਨਹੀਂ ਬਲਕਿ ਕੁਫਰ ਤੋਲਿਆ ਗਿਆ, ਝੂਠ ਬੋਲਣਾ ਔਰ ਕੁਫਰ ਤੋਲਣ 'ਚ ਬਹੁਤ ਫਰਕ ਹੈ। ਔਰ ਰਾਤੀ ਇਹ ਕੁਫਰ ਤੋਲਿਆ ਗਿਆ ਕਿ ਸਾਡੇ ਨਾਲ ਇਸ ਵੇਲੇ ਇਸ ਖਾਣੇ ਦੇ ਵਿੱਚ 60 ਵਿਧਾਇਕ, 8 ਜਿਹੜੇ ਸੰਸਦ ਮੈਂਬਰ ਔਰ 30 ਹਲਕਾ ਇੰਚਾਰਜ ਸ਼ਾਮਲ ਨੇ। ਉਹ ਹਲਕਾ ਇੰਚਾਰਜ ਜਿਹੜੇ ਪਿਛਲੇ ਸਮੇਂ ਵਿੱਚ ਚੋਣਾਂ ਹਾਰ ਗਏ ਸਨ। ਤਾਂ ਕੁੱਲ ਮਿਲਾ ਕੇ ਉਹਨਾਂ ਨੇ 90 ਦੀ ਹਾਜ਼ਰੀ ਜਿਹੜੀ ਉਹ ਦਰਸਾਉਣ ਦਾ ਯਤਨ ਕੀਤਾ ਕਿ 90 ਵਿਅਕਤੀ ਜਿਹੜੇ ਉਹ ਇਸ ਖਾਣਾ ਡਿਨਰ ਡਿਪਲੋਮੇਸੀ ਵਿੱਚ ਸ਼ਾਮਲ ਸਨ। ਬੜੀ ਹੈਰਾਨਗੀ ਹੈ, ਮਤਲਬ ਝੂਠ ਬੋਲਿਆ ਜਾ ਸਕਦਾ। ਮਤਲਬ 90 ਵਿਧਾਇਕਾਂ ਦੀ ਗਿਣਤੀ ਜਿਹੜੀ ਹੈ, 90 ਹਮਾਇਤੀਆਂ ਦੀ ਗਿਣਤੀ ਇਸ ਡਿਨਰ ਡਿਪਲੋਮੇਸੀ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਉਤਰੇ। ਸਾਹਿਬ ਗਿਣਤੀ ਤਾਂ ਜਿਹੜੀ 58 ਦੀ ਦੱਸੀ ਜਾ ਰਹੀ ਸੀ ਜੀ 58 ਦੇ 30 ਜਿਹੜੇ ਨੇ ਉਹਨਾਂ ਨੇ ਉਹ ਵੀ ਹਲਕਾ ਇੰਚਾਰਜ ਜਿਹੜੇ ਨਾਲ ਵਰਤੇ ਜਿਹੜੇ ਚੋਣਾਂ ਹਾਰ ਗਏ ਸਨ, ਉਹ ਵੀ ਇਸ ਪਾਰਟੀ ਦੇ ਵਿੱਚ ਮੌਜੂਦ ਸਨ, ਇਹ ਵੀ ਦੱਸਿਆ ਗਿਆ। ਔਰ ਬਕਾਇਦਾ ਤੌਰ ਤੇ ਅਸ਼ਵਨੀ ਸੇਖੜੀ ਜਿਹੜੇ ਬਟਾਲੇ ਤੋਂ
ਹਾਰੇ ਸਨ, ਉਹ ਵੀ ਕੈਪਟਨ ਅਮਰਿੰਦਰ ਸਿੰਘ ਹੋਣਾ ਨਾਲ ਫੋਟੋਆਂ ਪਾ ਰਹੇ ਸਨ। ਤਾਂ ਮੈਂ ਜਿਹੜੀ ਗੱਲ ਕਰ ਰਿਹਾ, ਝੂਠ ਬੋਲਣਾ ਤੇ ਕੁਫਰ ਤੋਲਣ 'ਚ ਬਹੁਤ ਫਰਕ ਆ। ਇਹ ਕੁਫਰ ਤੋਲਿਆ ਗਿਆ। ਹੁਣ ਅਸੀਂ ਉਸ ਜਾਣਕਾਰੀ ਆਪਣੇ ਦਰਸ਼ਕਾਂ ਨੂੰ ਦਾਂਗੇ ਜੋ ਸਾਨੂੰ ਆਪਣੇ ਸੂਤਰਾਂ ਤੋਂ ਔਰ ਤੱਥਾਂ ਦੇ ਆਧਾਰ ਤੇ ਜਿਹੜੀ ਜਾਣਕਾਰੀ ਸਾਡੇ ਤੱਕ ਪਹੁੰਚੀ ਆ। ਜੋ ਸਾਡੇ ਸੂਤਰ ਨੇ ਉਹਨਾਂ ਦੇ ਅਨੁਸਾਰ ਇਸ ਡਿਨਰ ਵਿੱਚ ਕੇਵਲ ਔਰ ਕੇਵਲ 27 ਜਿਹੜੇ ਵਿਧਾਇਕ ਜਾਂ ਮੰਤਰੀ ਕੁੱਲ ਸਮੇਤ 27 ਜਣੇ ਇਹਦੇ ਵਿੱਚ ਸ਼ਾਮਲ ਸਨ। ਔਰ ਇਹਨਾਂ 27 ਦੇ ਵਿੱਚੋਂ ਵੀ ਜਾਣ ਸਮੇਂ ਇਸ ਡਿਨਰ ਡਿਪਲੋਮੇਸੀ ਵਿੱਚ ਜਾਣ ਤੋਂ ਪਹਿਲਾਂ ਬਕਾਇਦਾ ਤੌਰ ਤੇ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਨਵਜੋਤ ਸਿੰਘ ਸਿੱਧੂ, ਬਕਾਇਦਾ ਤੌਰ ਤੇ ਉਹਨਾਂ ਨੂੰ ਫੋਨ ਕਰਕੇ ਉਹਨਾਂ ਕੋਲ ਇਜਾਜ਼ਤ ਲੈ ਕੇ ਫਿਰ ਇਸ ਡਿਨਰ ਡਿਪਲੋਮੇਸੀ ਵਿੱਚ ਉਹ ਲੋਕ ਜਿਹੜੇ ਉਹ ਸ਼ਾਮਲ ਹੋਏ ਨੇ। ਪਰ ਦੂਜੇ ਪਾਸੇ ਜਿਸ ਤਰੀਕੇ ਦੇ ਨਾਲ ਇਹ ਜਿਹੜੇ 27 ਵਿਅਕਤੀ 27 ਵਿਧਾਇਕ ਜਿਨ੍ਹਾਂ ਵਿੱਚ ਮੰਤਰੀ ਵੀ ਸ਼ਾਮਲ ਸਨ, ਇਹ ਇਸ ਕਰਕੇ ਸ਼ਾਮਲ ਹੋਏ ਜੋ ਸਾਡੇ ਸੂਤਰ ਦੱਸਦੇ ਨੇ ਕਿਉਂਕਿ ਇਹਨਾਂ ਦੀਆਂ ਨਿੱਕੀਆਂ ਨਿੱਕੀਆਂ ਮੰਗਾਂ ਨੇ। ਕਿਸੇ ਨੇ ਕੋਈ ਐਸਐਸਪੀ ਲਵਾਉਣਾ, ਕਿਸੇ ਨੇ ਕੋਈ ਗ੍ਰਾਂਟ ਲੈਣੀ ਆ, ਕਿਸੇ ਨੇ ਕੁਝ ਕਰਨਾ। ਔਰ ਮੌਜੂਦਾ ਸਮੇਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਨੇ, ਉਹਨਾਂ ਕੋਲ ਇਹ ਤਾਕਤ ਅਜੇ ਫਿਲਹਾਲ ਜ਼ਰੂਰ ਹੈਗੀ ਆ। ਪਰ ਜਿਸ ਤਰੀਕੇ ਨਾਲ ਰਾਤੀ ਉਹਨਾਂ ਨੇ ਜਾਂ ਉਹਨਾਂ ਦੇ ਕੈਂਪ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਹਮਾਇਤੀ ਸਮਰਥਕਾਂ ਵੱਲੋਂ ਜਿਸ ਤਰੀਕੇ ਨਾਲ 58 ਐਮਐਲਏ ਵਿਧਾਇਕ ਮੰਤਰੀ 30 ਹਲਕਾ ਇੰਚਾਰਜ ਸੰਸਦ ਮੈਂਬਰ ਉਹਨਾਂ ਦੀ ਗਿਣਤੀ ਜਿਹੜੀ ਦਰਸਾ ਕੇ 90 ਉਹਨਾਂ ਨੇ ਦੱਸੀ। ਔਰ ਫਤਿਹਜੰਗ ਸਿੰਘ ਬਾਜਵਾ ਹੋਣੀ ਬਕਾਇਦਾ ਤੌਰ ਤੇ ਕੈਂਪ ਦੇ ਲਾਈਵ ਹੋ ਕੇ ਉਹਨਾਂ ਦੀ ਗਿਣਤੀ 58 ਜਾਂ 59 ਦੱਸੀ। ਚਲੋ ਠੀਕ ਹੈ, ਹਰ ਬੰਦੇ ਨੂੰ ਆਪੋ ਆਪਣਾ ਦੱਸਣ ਦਾ ਅਧਿਕਾਰ ਆ ਕਿ ਜੋ ਵੀ ਉਹ ਸੂਚਨਾ ਦੇਣ, ਕਿਉਂਕਿ ਇਹ ਮਾਨਸਿਕਤਾ ਇਹ ਹੁੰਦੀ ਹੈ ਕਿ ਜਦੋਂ ਅਸੀਂ ਅੰਦਰੋਂ ਅੰਦਰ ਹੀ ਕਮਜ਼ੋਰ ਪੈ ਚੁੱਕੇ ਹੁੰਦੇ ਆ ਤਾਂ ਆਪਣੇ ਉਸ ਧੜੇ ਨੂੰ, ਆਪਣੀ ਉਸ ਮਾਨਸਿਕਤਾ ਨੂੰ, ਡਰੂ ਮਾਨਸਿਕਤਾ ਨੂੰ ਲਾਉਣ ਵਾਸਤੇ ਇਹੋ ਜਿਹੇ ਤੱਥ ਅਸੀਂ ਪੇਸ਼ ਕਰਦੇ ਆ ਤਾਂ ਜੋ ਲੋਕਾਂ ਦੇ ਵਿੱਚ ਇਹ ਪ੍ਰਭਾਵ ਜਾਇਆ ਜਾ ਸਕੇ ਕਿ ਅਜੇ ਕੈਪਟਨ ਅਮਰਿੰਦਰ ਸਿੰਘ ਦਾ ਧੜਾ ਬਹੁਤ ਮਜ਼ਬੂਤ ਆ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਧੜੇ ਨੂੰ ਖੋਰਾ ਜਿਹੜਾ ਉਹ ਲੱਗਣਾ ਸ਼ੁਰੂ ਹੋ ਗਿਆ। ਪਰ ਜਿਹੜੀ ਅਸਲੀਅਤ ਆ ਉਹ ਬਿਲਕੁਲ ਇਸ ਤੇ ਉਲਟ ਆ। 27 ਜਿਹੜੇ ਕੇਵਲ ਵਿਧਾਇਕ ਔਰ ਮੰਤਰੀ ਜਿਹੜੇ ਸਨ, ਉਹ 27 ਜਿਹੜੇ ਪਹਿਲਾਂ ਹਮੇਸ਼ਾ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਵਿਚਰਦੇ ਰਹੇ ਨੇ, ਰਾਤੀ ਵੀ ਉਹੀ ਇਸ ਡਿਨਰ ਡਿਪਲੋਮੇਸੀ ਵਿੱਚ ਸ਼ਾਮਲ ਸਨ। ਕੋਈ ਵੀ ਅਜਿਹਾ ਵਿਧਾਇਕ ਆਪਣੇ ਦਰਸ਼ਕਾਂ ਨੂੰ ਇੱਕ ਵਾਰੀ ਹੋਰ ਦੱਸ ਦਈਏ ਚਲੋ 27 ਤੋਂ ਜੇ ਵਧਾ ਕੇ ਵੀ ਕਰ ਲਈਏ, 32 ਕਰ ਲਈਏ, 35 ਕਰ ਲਈਏ, 35 ਵੀ ਐਮਐਲਏ ਜੇ ਆਪਾਂ ਕਹਿ ਦਈਏ, ਸਾਡੀ ਜਾਣਕਾਰੀ ਦੇ ਮੁਤਾਬਿਕ 27 ਤੋਂ 30 ਐਮਐਲਏ ਜਿਹੜੇ ਆ, ਚਲੋ ਆਪਾਂ 35 ਕਰ ਦਿੰਦੇ ਆ, 5 ਵਧਾ ਕੇ ਵੀ ਕਹਿ ਦਿੰਦੇ ਆ। ਹੁਣ ਅਸੀਂ ਤੁਹਾਨੂੰ ਫੋਟੋਆਂ ਵੀ ਚਲਾ ਰਹੇ ਹਾਂ, ਅਸੀਂ ਤੁਹਾਡੇ ਲਈ ਵੀਡੀਓਜ਼ ਵੀ ਚਲਾ ਰਹੇ ਹਾਂ। ਹੁਣ ਸਾਡੇ ਦਰਸ਼ਕ, ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਜਿਹੜੇ ਸਾਡੇ ਪਿਆਰੇ ਦਰਸ਼ਕ ਨੂੰ, ਪਿਆਰੇ ਵੀਰ ਨੂੰ, ਕਿਸੇ ਨੂੰ, ਕਿਉਂਕਿ ਦਰਸ਼ਕ ਰੱਬ ਦਾ ਰੂਪ ਹੁੰਦੇ ਆ, ਉਹ ਬੜਾ ਸਾਰਾ ਕੁਝ ਸਮਝਦੇ ਹੁੰਦੇ ਆ, ਉਹ ਸਾਨੂੰ ਦੱਸ ਦੇਣ ਜੇ ਕਿਸੇ ਨੂੰ 60 ਜਾਂ 58 ਵਿਧਾਇਕ ਇਸ ਫੋਟੋਆਂ ਦੇ ਵਿੱਚ, ਇਹਨਾਂ ਵੀਡੀਓਜ਼ ਦੇ ਵਿੱਚ ਦਿਖ ਜਾਣ, ਉਹਨਾਂ ਨੇ ਗਿਣਤੀ ਕਰਕੇ ਜੇ ਦੱਸ ਸਕਦੇ ਆ ਤਾਂ ਜ਼ਰੂਰ ਦੱਸਣ, ਮੈਸੇਜ ਕਰਕੇ, ਕਮੈਂਟ ਕਰਕੇ ਕਿ ਭਾਈ ਸਾਨੂੰ ਲੱਭ ਗਏ ਆ। ਤੇ ਜੀ ਅੰਕਿਤ ਸਾਹਿਬ, ਹੁਣ ਤੁਸੀਂ ਆਪਣੀ ਗੱਲ ਜਾਣਗੇ। ਸੁਖਵਿੰਦਰ ਜੀ, ਮੈਨੂੰ ਥੋੜਾ ਜਿਹਾ ਤੁਹਾਡੀ ਆ ਜਿਹੜੀ ਗਿਣਤੀ ਵਾਲੀ ਗੱਲ ਮੈਨੂੰ ਯਾਦ ਆ ਗਈ ਕਿ ਜਿਸ ਤਰੀਕੇ ਦੀਆਂ ਤਸਵੀਰਾਂ ਜਿਹੜੀਆਂ ਉਹਨਾਂ ਵੱਲੋਂ ਦਿਖਾਈਆਂ ਜਾ ਰਹੀਆਂ, ਇਹ ਅੱਜ ਤੋਂ 10 ਸਾਲ ਪਹਿਲਾਂ ਇੱਕ ਵਾਰੀ ਜਦੋਂ ਪੰਜਾਬ 'ਚ ਚੋਣਾਂ ਹੁੰਦੀਆਂ ਸਨ ਤਾਂ ਇੱਕ ਬਕਾਇਦਾ ਤੌਰ ਤੇ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਜਾਂਦੇ ਸਨ ਜਿਹਦੇ ਵਿੱਚ ਫੋਟੋਆਂ ਦੀ ਘਾਲਾ ਮਾਲਾ ਕਰਕੇ ਵਿਖਾਇਆ ਜਾਂਦਾ ਸੀ। ਉਹੀ ਫੋਟੋ ਜਿਹੜੀ ਅੱਗੇ ਤੇ ਉਹੀ ਫੋਟੋ ਪਿੱਛੇ, ਤੇ ਖਾਸ ਤੌਰ ਤੇ ਜਲੰਧਰ ਤੋਂ ਇੱਕ ਜਿਹੜੀ ਅਖਬਾਰ ਛਪਦੀ ਆ, ਗਰੁੱਪ ਅਖਬਾਰ ਸਬੂਤ ਆ, ਉਹਦੇ ਵਿੱਚ ਇਸ ਤਰ੍ਹਾਂ ਦੀਆਂ ਤਸਵੀਰਾਂ ਵਿਖਾਈਆਂ ਜਾਂਦੀਆਂ ਸਨ ਜਿਹਦੇ ਵਿੱਚ ਜੇਕਰ 60 ਬੰਦੇ ਨੇ ਤੇ ਪਿੱਛੇ ਹਜ਼ਾਰਾਂ ਦਾ ਕਾਫਲਾ ਜਿਹੜਾ ਦੱਸਾ ਦਿੱਤਾ ਜਾਂਦਾ ਸੀ। ਤਾਂ ਉਸੇ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਇਹ ਵਿਜ਼ੂਅਲ ਅਸੀਂ ਦਿਖਾ ਰਹੇ ਹਾਂ, ਇਸ ਵਿਜ਼ੂਅਲ ਦੇ ਵਿੱਚ ਕੇਵਲ ਔਰ ਕੇਵਲ ਉਹੀ ਵਿਅਕਤੀ ਨਜ਼ਰ ਆ ਰਹੇ ਜੋ ਕੈਪਟਨ ਅਮਰਿੰਦਰ ਸਿੰਘ ਦੇ ਹਮਾਇਤੀ ਨੇ। ਜੇਕਰ 60 80 ਵੀ ਅਗਰ ਵੇਖ ਲਿਆ ਜਾਵੇ ਤਾਂ 80 ਵਿਧਾਇਕਾਂ ਜਾਂ 80 ਮੈਂਬਰਾਂ ਵਾਸਤੇ ਇੱਕ ਛੋਟਾ ਜਿਹਾ ਘਰ ਜਿਹੜਾ ਉਹ ਇੰਨਾ ਸੀਮਤ ਨਹੀਂ ਹੁੰਦਾ, ਉਹਦੇ ਵਾਸਤੇ ਬਕਾਇਦਾ ਪੰਡਾਲ ਜਿਹੜਾ ਲੱਗਣਾ ਚਾਹੀਦਾ, ਟੈਂਟ ਲੱਗਣਾ ਚਾਹੀਦਾ। ਤਾਂ ਜੇਕਰ ਇੱਕ ਛੋਟੇ ਜਿਹੇ ਕਮਰੇ 'ਚ 80 ਵਿਧਾਇਕ ਜੇ ਸਮਾ ਗਏ ਨੇ ਤਾਂ ਫਿਰ ਤਾਂ ਪੰਜਾਬ ਦੀ ਵਜ਼ਾਰਤ ਵਿੱਚ ਵੀ ਬਹੁਤ ਕੁਝ ਹੋ ਸਕਦਾ। ਸੋ ਮੈਂ ਸਟਾਰਟ ਤੇ ਜਿਹੜੀ ਸ਼ੁਰੂ 'ਚ ਗੱਲ ਕੀਤੀ ਕਿ ਕੇਵਲ ਉਹ ਝੂਠ ਬੋਲਣਾ ਇੱਕ ਵੱਖਰੀ ਗੱਲ ਆ, ਕੁਫਰ ਨਾ ਤੋਲੋ, ਪਰ ਇਸ ਦਾ ਪ੍ਰਯੋਜਨ ਜੋ ਹੈ, ਜੋ ਕਰ ਇਹ ਪ੍ਰਚਾਰ ਕੀਤਾ ਜਾ ਰਿਹਾ, ਪ੍ਰਚਾਰ ਸਿਰਫ ਇਸ ਕਰਕੇ ਕੀਤਾ ਜਾ ਰਿਹਾ ਕਿ ਪੰਜਾਬ ਦੇ ਲੋਕਾਂ ਨੂੰ ਜਾਂ ਵਿਦੇਸ਼ਾਂ ਵਿੱਚ ਬੈਠੇ ਲੋਕ ਜਿਹੜੇ ਨੇ ਉਹਨਾਂ ਨੂੰ ਇਹ ਦੱਸਿਆ ਜਾ ਸਕੇ ਕਿ ਪੰਜਾਬ ਦੇ ਅੰਦਰ ਕੈਪਟਨ ਧੜਾ ਫਿਰ ਮਜ਼ਬੂਤੀ ਫੜਿਆ ਤੇ ਨਵਜੋਤ ਸਿੰਘ ਸਿੱਧੂ ਦਾ ਧੜਾ ਬੈਕਫੁੱਟ ਤੇ ਜਾ ਰਿਹਾ। ਜਦੋਂ ਕਿ ਆਪਾਂ 35 ਵਿਧਾਇਕ ਦੱਸ ਰਹੇ ਹਾਂ, ਵੈਸੇ ਆਪਣੇ ਜਾਣਕਾਰੀ ਦੇ ਮੁਤਾਬਿਕ ਜਿਹੜੇ 27 ਵਿਧਾਇਕ ਨੇ, ਪਰ ਆਪਾਂ ਵਧਾ ਕੇ ਵੀ ਦੱਸ ਦਿੰਦੇ ਆ। ਆਪਾਂ ਉਧਰਲੇ ਪਾਸੇ ਵੀ ਥੋੜੀ ਜਿਹੀ ਗੱਲ ਕਰ ਦਈਏ ਕਿ ਚਲੋ ਯਾਰ ਅਗਲਾ ਕਹਿੰਦਾ ਵੀ 7-8 ਜੀ ਫੋਟੋਆਂ ਦੇ ਵਿੱਚ ਆਏ ਨਹੀਂ, ਉਹ ਇੱਧਰ ਵੀ ਕੋਈ ਵਾਸ਼ਰੂਮ ਗਿਆ, ਕੋਈ ਕਿੱਧਰ ਗਿਆ, ਕੋਈ ਕਿੱਧਰ ਗਿਆ, ਕੋਈ ਲੁਕਿਆ ਬੈਠਾ, ਕੋਈ ਕਿੱਧਰ ਬੈਠਾ ਸੀ। ਚਲੋ ਆਪਾਂ 35 ਵੀ ਜੇ ਕਰ ਦਈਏ, ਉਹਨਾਂ ਦੇ ਵਿੱਚੋਂ 35 ਦੇ ਵਿੱਚੋਂ ਬਹੁਤ ਸਾਰੇ ਲੋਕ ਉਹ ਸੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀ ਧੜੇ ਨੂੰ ਤੇ ਜਾਂ ਫਿਰ ਜਿਵੇਂ ਤੁਸੀਂ ਦੱਸ ਰਹੇ ਹੋ ਪ੍ਰਧਾਨ ਨੂੰ ਦੱਸ ਕੇ ਗਏ ਸੀ ਕਿ ਭਾਈ ਅਸੀਂ ਚੱਲੇ ਆ। ਉਹ ਜੇ ਗਿਣਤੀ ਵਾਲੀ ਦੱਸ ਦਈਏ ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਕੋਲੇ ਤਾਂ ਗਿਣਤੀ ਜਿਹੜੀ ਆ ਉਹ ਬੜੀ ਥੋੜੀ ਰਹਿ ਜਾਣੀ ਆ। ਤੇ ਮੇਰੇ ਖਿਆਲ 'ਚ ਕੈਪਟਨ ਦੇ ਧੜੇ ਦੇ ਲੀਡਰਾਂ
ਨੂੰ ਇਹ ਪ੍ਰੋਗਰਾਮ ਦੇਖਣ ਤੋਂ ਬਾਅਦ ਬੜੀਆਂ ਮਿਰਚਾਂ ਵੀ ਲੱਗਣਗੀਆਂ ਕਿ ਭਾਈ ਤੁਸੀਂ ਕਿਵੇਂ ਦੱਸਦਾ। ਹੁਣ ਇਹ ਜਿਹੜੀ ਅਣਖੀ ਸਾਹਿਬ ਕਿਵੇਂ ਦੇਖਦੇ ਹੋ ਕਿ ਫਿਰ ਤਾਂ ਜੇ ਫੋਨ ਕਰਕੇ ਉਹ ਆਏ ਨੇ ਤਾਂ ਫਿਰ 35 ਵੀ ਨਹੀਂ ਰਹਿ ਗਏ ਜਾਂ ਫਿਰ 27 ਵੀ ਨਹੀਂ ਰਹਿ ਗਏ, ਫਿਰ ਤਾਂ ਉਦੋਂ ਵੀ ਘੱਟ ਗਏ ਜਿਹੜੇ ਦੱਸ ਕੇ ਆਏ ਆ ਭਾਈ ਅਸੀਂ ਚੱਲੇ ਆ, ਸਾਨੂੰ ਉਹਨੇ ਬੁਲਾਇਆ। ਫਿਰ ਉਹ ਹਮਾਇਤ ਦੇਣ ਤਾਂ ਪਹੁੰਚੇ ਨਹੀਂ। ਉਹ ਤਾਂ ਠੀਕ ਆ, ਉਹ ਕਹਿੰਦੇ ਜੀ ਤੁਸੀਂ ਸਾਡੇ ਪ੍ਰਧਾਨ ਆ, ਤੁਸੀਂ ਸਾਡੇ ਮੁੱਖ ਮੰਤਰੀ ਆ, ਮੁੱਖ ਮੰਤਰੀ ਨੇ ਜਾਂ ਫਿਰ ਸਾਡੇ ਕਲੀਗ ਜਿਹੜੇ ਮੰਤਰੀ ਆ ਉਹਨੇ ਸਾਨੂੰ ਸੱਦਿਆ ਖਾਣੇ ਤੇ, ਅਸੀਂ ਫਿਰ ਜਾ ਆਈਏ। ਉਹ ਫਿਰ ਹਮਾਇਤ ਦੇਣ ਤਾਂ ਪਹੁੰਚੇ ਨਹੀਂ। ਨਹੀਂ ਤੇ ਬਿਲਕੁਲ ਕਹਾਣੀ ਦਾ ਸੱਚ ਤਾਂ ਇਹੋ ਹੀ ਆ ਕਿ ਜਿਹੜੇ 27 ਆਏ ਨੇ ਉਹਨਾਂ ਦੇ ਵਿੱਚ ਕੇਵਲ ਉਹ ਕੁਲੀਗ ਨੇ ਸੱਦਿਆ ਔਰ ਖਾਣਾ ਖਾਣੋਂ ਆ ਗਏ। ਮੈਂ ਤੁਹਾਡੀ ਗੱਲ ਇਹ ਕੱਟ ਤੋਂ ਪਹਿਲਾਂ ਇੱਕ ਹੋਰ ਜਵਾਬ ਦੇ ਦੇਵਾਂ ਕਿ ਠੀਕ ਹੈ ਇਸ ਵੇਲੇ ਤੁਸੀਂ 58 ਦਾ ਜਾਂ 57 ਦਾ ਦਾਅਵਾ ਕਰ ਰਹੇ ਜੇ ਕਿ ਇਸ ਡੇਟ ਆਫ ਡਿਪਲੋਮੇਸੀ ਵਿੱਚ ਫਤਿਹ ਜੰਗ ਬਾਜਵਾ ਹੋਣੀ ਕੀ ਸ਼ਾਮਲ ਹੋਏ। ਅੱਜ ਤੋਂ ਕੁਝ ਸਮਾਂ ਪਹਿਲਾਂ ਕਿ ਜਦੋਂ ਕਾਂਗਰਸ ਹਾਈ ਕਮਾਨ ਦੀ 3 ਜਿਹੜੀ ਖੜਗਾ ਕਮੇਟੀ ਗਠਿਤ ਕੀਤੀ ਗਈ, ਉਸ ਸਮੇਂ ਪੰਜਾਬ ਦੇ 62 ਵਿਧਾਇਕ ਸੀ ਜਿਹੜੇ ਕਲੀਅਰ ਕੱਟ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਹਾਈ ਕਮਾਨ ਦੇ ਸਾਹਮਣੇ ਭੁਗਤੇ ਸਨ। ਤਾਂ ਉਹ ਬਾਠਾਂ ਦਾ ਜਿਹੜਾ ਸਿਲਸਿਲਾ ਸੀ ਉਸ ਵਕਤ ਵੀ ਸਾਹਮਣੇ ਆਇਆ ਕਿ ਜਦੋਂ ਨਵਜੋਤ ਸਿੱਧੂ ਪ੍ਰਧਾਨਗੀ ਪਦ ਲੈ ਕੇ ਆਏ ਤਾਂ ਬਕਾਇਦਾ ਤੌਰ ਤੇ ਜਿਹੜਾ ਅੰਮ੍ਰਿਤਸਰ ਸਥਿਤ ਨਿਵਾਸ ਸਥਾਨ ਸੀ ਉੱਥੇ ਬਕਾਇਦਾ ਤੌਰ ਤੇ ਉੱਥੇ ਮੀਟਿੰਗ ਜਿਹੜੀ ਆਰਗੇਨਾਈਜ਼ ਹੋਈ ਨਵਜੋਤ ਸਿੰਘ ਸਿੱਧੂ ਵੱਲੋਂ। ਤਾਂ ਉਹ 62 ਤੇ 62 ਤਾਂ ਉੱਥੋਂ ਤੱਕ ਜੁੜੇ ਆ। ਤਾਂ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਨਾਲ ਅੱਜ ਵੀ ਉਹੀ ਵਿਧਾਇਕ ਜੁੜੇ ਨੇ ਜਿਹੜੇ ਉਸ ਸਮੇਂ ਸੀ, ਜਿਹੜੇ ਉਸ ਸਮੇਂ ਖੜਗੇ ਕਮੇਟੀ ਦੇ ਸਾਹਮਣੇ ਭੁਗਤੇ ਤੇ ਜਿਨ੍ਹਾਂ ਦੀ ਗਿਣਤੀ 17 ਜਾਂ 18 ਹਾਲਾਂਕਿ ਸਿਰਫ ਇੰਨੀ ਕੀ ਸੀਮਤ ਸੀ। ਤੇ ਜਿਸ ਤਰੀਕੇ ਨਾਲ ਸਾਡੇ ਸੂਤਰ ਦੱਸਦੇ ਨੇ ਕਿ 27 ਬੰਦਿਆਂ ਦੀ ਟੋਟਲ ਪਾਰਟੀ ਜਿਹੜੀ ਇਸ ਡੇਟ ਆਫ ਡਿਪਲੋਮੇਸੀ ਵਿੱਚ 27 ਬੰਦੇ ਸ਼ਾਮਲ ਸਨ, ਤਾਂ 27 ਵਿਅਕਤੀਆਂ ਦੇ ਵਿੱਚੋਂ ਉਹ ਵੀ 10 ਜਾਂ 15 ਅਜਿਹੇ ਸਨ ਕਿ ਜਿਹੜੇ ਜਾਣ ਤੋਂ ਪਹਿਲਾਂ ਆਪਣੇ ਪ੍ਰਧਾਨ ਨੂੰ ਨੋਟਸ ਕੌਨਫੀਡੈਂਸ ਵਿੱਚ ਲੈ ਕੇ ਉਹਨਾਂ ਨੂੰ ਦੱਸ ਕੇ ਗਏ ਕਿ ਅਸੀਂ ਇਸ ਡੇਟ ਆਫ ਡਿਪਲੋਮੇਸੀ ਵਿੱਚ ਜਾ ਰਹੇ ਸੀ, ਦਿਨ ਖਾਨ ਜਾ ਰਹੇ ਹਾਂ ਕਿਉਂਕਿ ਸਾਡੇ ਕੁਲੀਗ ਨੇ ਇੱਕ ਆਰਗੇਨਾਈਜ਼ ਕੀਤਾ ਹੈ। ਤਾਂ ਚਲੋ ਜਾਣਾ ਤਾਂ ਕੋਈ ਹਰਜ ਨਹੀਂ, ਬੰਦੇ ਨੂੰ ਜਾਣਾ ਵੀ ਚਾਹੀਦਾ। 35 ਵੀ ਛੱਡੋ 40 ਵੀ ਚਲੇ। ਆਪਣੀ ਟੀਮ ਨੂੰ ਅਣਖੀ ਸਾਹਿਬ ਤੁਸੀਂ ਮਾਫ ਕਰਨਾ, ਤੁਹਾਨੂੰ ਟੋਕ ਰਿਹਾ, ਤੁਸੀਂ ਆਪਣੀ ਗੱਲ ਜਾਰੀ ਰੱਖੋ। ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠਕੁਰਾਲ ਦਾ ਉਹ ਟਵੀਟ ਵੀ ਜਿਹੜਾ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਦਿਖਾਉਣ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ 58 MLA ਭਾਈ ਪਹੁੰਚੇ ਆ ਸਾਡੇ ਕੋਲੇ ਤੇ ਨਾਲ ਹੀ ਉਹਨਾਂ ਨੇ ਅਗਲੀਆਂ ਇਲੈਕਸ਼ਨਾਂ ਜਿਹੜੀ ਲੜਨ ਦੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਭਰੋਸਾ ਜਤਾਇਆ। ਮੈਂ ਚਾਹੁੰਦਾ ਕਿ ਉਹ ਵੀ ਦਿਖਾਉਣ ਜਿਹਦੇ ਵਿੱਚ ਉਹਨਾਂ ਨੇ ਦਾਅਵਾ ਕੀਤਾ ਕਿ 58 MLA ਜਿਹੜੇ ਸਾਡੇ ਕੋਲੇ ਪਹੁੰਚੇ ਨੇ। ਤਾਂ ਅਣਖੀ ਸਾਹਿਬ ਇੱਕ ਗੱਲ ਹੋਰ ਹੁੰਦੀ ਹੈ ਕਿ ਜਦੋਂ ਬੰਦੇ ਨੇ ਸ਼ਕਤੀ ਪ੍ਰਦਰਸ਼ਨ ਕਰਨਾ ਹੀ ਹੁੰਦਾ ਤੇ ਉਦੋਂ ਫਿਰ ਬੰਦਾ ਇੱਕ ਸਾਂਝੀ ਫੋਟੋ ਤਾਂ ਖਿੱਚਦਾ ਨਾ ਵੀ ਭਾਈ ਆਓ ਮੁੱਖ ਮੰਤਰੀ ਸਾਹਿਬ ਐਮਪੀਆਂ ਨਾਲ ਅਲੱਗ ਫੋਟੋ ਖਿਚਾ ਲੈਣਗੇ, ਮੁੱਖ ਮੰਤਰੀ ਸਾਹਿਬ ਐਮਐਲਏ ਨਾਲ ਅਲੱਗ ਫੋਟੋ ਖਿਚਾ ਲੈਣਗੇ। ਫਿਰ ਅਜਿਹੀ ਉੱਥੇ ਗੱਲਬਾਤ ਹੋਣੀ ਸੀ, ਉਹ ਵੀ ਜਿਹੜੀ ਹੁੰਦੀ ਦਿਖਾਈ ਦਿੱਤੀ ਨਹੀਂ ਅਣਖੀ ਸਾਹਿਬ ਉੱਥੇ ਕਿਤੇ। ਦੇਖੋ ਇਹ ਤਾਂ ਸਾਫ਼ ਔਰ ਸਪਸ਼ਟ ਸ਼ਬਦਾਂ ਦੇ ਵਿੱਚ ਗੱਲ ਹੈਗੀ ਆ ਕਿ ਜਦੋਂ ਇਸ ਤਰੀਕੇ ਦਾ ਪ੍ਰਚਾਰ ਜਦੋਂ ਕਰਦਾ ਤਾਂ ਪ੍ਰਚਾਰ ਕਰਨ ਦਾ ਮਤਲਬ ਇਹੋ ਹੀ ਹੁੰਦਾ ਕਿ ਅਸੀਂ ਲੋਕਾਂ ਨੂੰ ਆਪਣੀ ਸਥਿਤੀ ਜਿਹੜੀ ਆ ਆਪਣੀ ਪੋਜੀਸ਼ਨ ਨੂੰ ਮਜ਼ਬੂਤ ਕਰਕੇ ਦੱਸੀਏ। ਜੀ ਜੇਕਰ ਸਾਰੇ ਸੰਦਰਭ ਦੇ ਵਿੱਚ ਉਹ ਇਹ ਗੱਲ ਸੋਚਣ ਕਿ ਨਵਜੋਤ ਸਿੰਘ ਸਿੱਧੂ ਧੜਾ ਜਾਂ ਨਵਜੋਤ ਸਿੰਘ ਸਿੱਧੂ ਨੂੰ ਅਸੀਂ ਸਾਈਡਲਾਈਨ ਕਰ ਰਹੇ ਹਾਂ, ਇਹ ਗੱਲ ਮੰਨਣ ਚ ਨਹੀਂ ਆਉਂਦੀ। ਔਰ ਜਿਸ ਤਰੀਕੇ ਨਾਲ ਵਿਦੇਸ਼ਾਂ ਦੇ ਵਿੱਚ ਜਾਂ ਆਮ ਪੰਜਾਬ ਦੇ ਵਿੱਚ ਪ੍ਰਤੀਕਰਮ ਜਿਹੜਾ ਇਹ ਕੈਪਟਨ ਅਮਰਿੰਦਰ ਸਿੰਘ ਧੜੇ ਵੱਲੋਂ ਦੇਣ ਦਾ ਯਤਨ ਕੀਤਾ ਗਿਆ ਉਹ ਪੂਰਨ ਤੌਰ ਤੇ ਸੱਚ ਨਹੀਂ ਆ। ਸਥਿਤੀ ਅੱਜ ਵੀ ਜਿਉਂਦੀ ਤਿਉਂ ਆ ਪੰਜਾਬ ਦੀ ਧਰਤੀ ਦੇ ਉੱਤੇ। ਹੁਣ ਵੀ ਪੰਜਾਬ ਕਾਂਗਰਸ ਦੇ ਵਿੱਚ ਨਵਜੋਤ ਸਿੱਧੂ ਦਾ ਧੜਾ ਕਿਸੇ ਵੀ ਪੱਖ ਤੋਂ ਥੱਲੇ ਨਹੀਂ ਗਿਆ। ਉਹ ਪੂਰਨ ਤੌਰ ਤੇ ਉਸੇ ਤਰ੍ਹਾਂ ਹੀ ਅੱਜ ਵੀ ਉਸੇ ਪੋਜੀਸ਼ਨ ਦੇ ਵਿੱਚ ਆ, ਉਸੇ ਸਥਿਤੀ ਵਿੱਚ ਆ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਸਖਤ ਟੱਕਰ ਦੇ ਸਕਦਾ ਹੈ। ਬਾਕੀ ਦੀ ਇਸ ਟਵੀਟ ਦੀ ਗੱਲ, ਜਿਸ ਤਰੀਕੇ ਨਾਲ ਟਵੀਟ ਗੱਲ ਕੀਤੀ ਕਿ ਜਦੋਂ ਬੰਦਾ ਕੋਈ ਜੰਗ ਹਾਰ ਰਿਹਾ ਹੁੰਦਾ ਤਾਂ ਉਸ ਜੰਗ ਹਾਰਨ ਤੋਂ ਪਹਿਲਾਂ ਆਪਣੀਆਂ ਫੌਜਾਂ ਨੂੰ ਜਾਂ ਆਮ ਪ੍ਰਚਲਿਤ ਜਿਹੜੀ ਜਨਤਾ ਆ ਲੋਕਾਂ ਦੇ ਵਿੱਚ ਇਹ ਪ੍ਰਚਾਰ ਕੀਤਾ ਜਾਂਦਾ ਜਾਂ ਦਿੱਤਾ ਜਾਂਦਾ ਕਿ ਅਸੀਂ ਕਿਸੇ ਪੱਖ ਤੋਂ ਕਮਜ਼ੋਰ ਨਹੀਂ ਹੋਏ, ਸਾਡੇ ਨਾਲ ਪੂਰਨ ਤੌਰ ਤੇ ਸਮਰਥਨ ਆ। ਜਿਸ ਤਰੀਕੇ ਨਾਲ ਤੁਹਾਨੂੰ ਮੈਨੂੰ ਇੱਕ ਗੱਲ ਯਾਦ ਆ ਰਹੀ ਹੈ ਬੜੀ ਪੁਰਾਣੀ ਕਿ ਲੋਕ ਸਭਾ ਦੇ ਵਿੱਚ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਸਨ, ਤਾਂ ਉਹਨਾਂ ਨੂੰ ਪਤਾ ਸੀ ਕਿ ਜਿਹੜੀ ਆ ਅਗਲੇ ਪਲ ਤੱਕ ਉਹਨਾਂ ਨੂੰ ਜਿਹੜਾ ਪੂਰਨ ਬਹੁਮਤ ਜਿਹੜਾ ਉਹ ਨਹੀਂ ਮਿਲਦਾ। ਤੇ ਅਖੀਰ ਦੇ ਸਮੇਂ ਤੱਕ ਅਟਲ ਬਿਹਾਰੀ ਵਾਜਪਾਈ ਪੂਰਨ ਤੌਰ ਤੇ ਆਪਣੀ ਗੱਲ ਤੇ ਕਾਇਮ ਰਹੇ, ਭਾਸ਼ਣ ਦਿੱਤਾ, ਸਭ ਕੁਝ ਦਿੱਤਾ। ਤੇ ਜਦੋਂ VOTING ਹੋਣ ਦਾ ਸਮਾਂ ਆਇਆ ਤਾਂ ਉਸ ਵਕਤ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਮੈਂ ਇਹ ਜਿਹੜੀ ਸਰਕਾਰ ਆ ਮੇਰੀ ਉਹ ਚਲੇ ਜਾਣੀ ਆ। ਤਾਂ ਅਟਲ ਬਿਹਾਰੀ ਵਾਜਪਾਈ ਨੇ ਸਾਫ਼, ਜਦੋਂ ਬਹੁਤ ਸੋਹਣਾ ਉਹਨਾਂ ਦਾ ਲੈਕਚਰ ਬੜਾ ਤਾਂ ਅੱਜ ਤੱਕ ਲੋਕ ਉਹ ਯਾਦ ਕਰਦੇ ਆ, ਅਖੀਰਲਾ ਭਾਸ਼ਣ ਜਦੋਂ ਅਟਲ ਬਿਹਾਰੀ ਵਾਜਪਾਈ ਹਾਰ ਗਏ ਸੀ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਆਪਣਾ ਅਸਤੀਫਾ ਰਾਸ਼ਟਰਪਤੀ को देने को जा रहा हूं। ਕਹਿਣ ਦਾ ਅਰਥ ਹੈ ਕਿ ਭੀੜ ਨੂੰ ਤੁਸੀਂ ਵੋਟਾਂ 'ਚ ਨਹੀਂ ਬਦਲ ਸਕਦੇ। ਇਹ ਉਹੀ ਸਥਿਤੀ ਜਿਹੜੀ ਆ ਉਹ ਇੱਥੇ ਵੀ ਲਾਗੂ ਹੁੰਦੀ ਆ ਕਿ ਜੇਕਰ ਇਹ ਵਿਧਾਇਕ ਇਸ ਖਾਣੇ ਦੀ ਰਸਮ ਤੇ ਪਹੁੰਚੇ ਆ ਤਾਂ ਜ਼ਰੂਰੀ ਨਹੀਂ ਕਿ ਇਹ ਸਮਰਥਕ ਦੇ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਕਾਂ ਦੇ ਰੂਪ ਵਿੱਚ ਪਹੁੰਚੇ ਨੇ। ਠੀਕ ਆ, ਕੁਲੀਗ ਸੱਜਿਆ, ਕੁਲੀਗ ਉਹ ਆ ਗਏ ਨੇ ਤਾਂ ਉਹਦੇ ਅਨੁਸਾਰ ਇਹਨਾਂ ਦੀ ਸਥਿਤੀ ਜਿਹੜੀ ਆ ਉਹ ਦਰਸਾਈ ਜਾ ਸਕਦੀ ਆ। ਪਰ ਦੂਜੇ ਪਾਸੇ ਜੇਕਰ ਇਸ ਨੂੰ ਇਸ ਡਿਨਰ ਡਿਪਲੋਮੇਸੀ ਨੂੰ ਇਸ ਇਕੱਠ ਵਿੱਚ ਰੱਖ ਕੇ ਤੁਸੀਂ ਸੋਚਦੇ ਜੇ ਕਿ ਨਵਜੋਤ ਸਿੰਘ ਸਿੱਧੂ ਧੜੇ ਨੂੰ ਬੈਕਫੁੱਟ ਤੇ ਪੇਸ਼ੇ ਧੱਕਿਆ ਜਾ ਰਿਹਾ, ਇਹੋ ਜਿਹੀ ਸਥਿਤੀ ਜਿਹੜੀ ਕੋਈ ਨਹੀਂ। ਅੱਜ ਵੀ ਨਵਜੋਤ ਸਿੰਘ
ਤਾਂ ਧੜਾ ਜਿਹਾ ਨਵਜੋਤ ਸਿੱਧੂ ਉਸੇ ਤਰੀਕੇ ਨਾਲ ਫਰੰਟ ਲਾਈਨ ਤੇ ਕੰਮ ਕਰ ਰਹੇ ਨੇ। ਲੋਕਾਂ ਦੀ ਹਮਾਇਤ, ਵਿਧਾਇਕਾਂ ਦੀ ਹਮਾਇਤ, ਮੰਤਰੀ ਦੀ ਹਮਾਇਤ ਅੱਜ ਵੀ ਨਵਜੋਤ ਸਿੱਧੂ ਨਾਲ ਉਸੇ ਤਰ੍ਹਾਂ ਆ ਜਿਸ ਤਰੀਕੇ ਨਾਲ ਅੱਜ ਤੋਂ ਕੁਝ ਸਮਾਂ ਪਹਿਲਾਂ ਸੀ। ਸੋ ਅਜਿਹੀਆਂ ਅਫਵਾਹਾਂ ਜਿਹੜੀਆਂ ਨੇ ਕੇਵਲ ਔਰ ਕੇਵਲ ਵਿਰੋਧੀ ਧਿਰ ਨੂੰ ਇੱਕ ਦੂਜੇ ਨੂੰ ਪਰੇਸ਼ਾਨ ਕਰਨ ਵਾਸਤੇ, ਵਿਰੋਧੀ ਧਿਰ ਨੂੰ ਖਾਸ ਤੌਰ ਤੇ ਉਹਨਾਂ ਦੇ ਸਮਰਥਕਾਂ ਇਸ ਪਾਸੇ ਆਉਣ ਲੱਗਿਆ ਸੀ ਆਂਟੀ ਸਾਹਿਬ, ਮੈਂ ਇਸ ਪਾਸੇ ਆਉਣ ਲੱਗਿਆ ਸੀ ਕਿ ਇਹਨਾਂ ਲੋਕਾਂ ਦੇ ਵੱਲੋਂ ਜੇਕਰ ਵਾਕਈ ਅਜਿਹਾ ਝੂਠ ਬੋਲਿਆ ਜਾਂਦੇ ਤਾਂ ਫਿਰ ਬੋਲਿਆ ਕਿਉਂ ਗਿਆ ਕਿ ਨਵਜੋਤ ਸਿੰਘ ਸਿੱਧੂ ਦੇ ਧੜੇ ਦੇ ਨਾਲ ਜਿਹੜੇ ਜੁੜੇ ਲੋਕ ਹੈ ਉਹਨਾਂ ਨੂੰ ਹਤਾਸ਼ ਕਰਨ ਦੇ ਲਈ, ਜਾਂ ਉਹਨਾਂ ਦੇ ਸਮਰਥਕ ਆ ਜਿਹੜੇ ਉਹਨਾਂ ਨੂੰ ਹਤਾਸ਼ ਕਰਨ ਦੇ ਲਈ, ਜਾਂ ਜਿਹੜੇ ਲੋਕ ਇਹ ਗੱਲ ਸੋਚ ਕੇ ਆਏ ਸੀ ਕਿ ਭਾਈ ਨਵਜੋਤ ਸਿੰਘ ਸਿੱਧੂ ਤਗੜੇ ਹੋ ਗਏ ਆ, ਨਵਜੋਤ ਸਿੰਘ ਸਿੱਧੂ ਹੀ ਹੱਲ ਕਰਨਗੇ, ਹੁਣ ਕੈਪਟਨ ਅਮਰਿੰਦਰ ਸਿੰਘ ਦਾ ਉਹ ਟਾਈਮ ਨਹੀਂ ਰਿਹਾ, ਉਹਨਾਂ ਲੋਕਾਂ ਨੂੰ ਤਸਵੀਰ ਕੁਝ ਹੋਰ ਝੂਠੀ ਤਸਵੀਰ ਦਿਖਾਉਣ ਦੇ ਲਈ ਇਹ ਚੀਜ਼ ਦਿਖਾਈ ਗਈ ਕਿ ਭਾਈ ਜ਼ਿਆਦਾ ਬਹੁਮਤ ਆ ਜਿਹੜੀ ਉਹ ਮੇਰੇ ਕੋਲੇ ਆ, ਤੁਸੀਂ ਨਵਜੋਤ ਕੋਲੇ ਕਿਉਂ ਭੱਜੇ ਫਿਰਦੇ ਹੋ, ਤੁਹਾਨੂੰ ਮੇਰੇ ਕੋਲੇ ਆਉਣਾ ਪੈਣਾ। ਇਹ ਡਰਾਉਣ ਦੇ ਲਈ, ਲੋਕਾਂ ਅੱਗੇ ਸਥਿਤੀ ਜਿਹੜੀ ਹੈ ਹੋਰ ਸਪਸ਼ਟ ਕਰਾਉਣ ਦੇ ਲਈ, ਸਮਰਥਕਾਂ ਨੂੰ ਜਾਂ ਵਿਧਾਇਕਾਂ ਨੂੰ, ਜਿਵੇਂ ਮੈਂ ਤੁਹਾਨੂੰ ਦੱਸ ਕੇ ਹਟਿਆ, ਜਾਣਬੁੱਝ ਕੇ ਹਤਾਸ਼ ਕਰਨ ਦੇ ਲਈ ਇਹ ਸਥਿਤੀ ਜਿਹੜੀ ਬਣਾਈ ਗਈ ਸੀ ਰਾਤੀ ਬੋਲਿਆ ਗਿਆ ਸੀ। ਬਿਲਕੁਲ ਜੀ, ਬਿਲਕੁਲ ਇਹ ਕੇਵਲ ਇਸ ਦਾ ਪ੍ਰਯੋਜਨ ਇਹੋ ਹੀ ਸੀ ਕਿ ਜੋ ਕੁਝ ਅੱਜ ਤੋਂ 4 ਜਾਂ 5 ਦਿਨ ਪਹਿਲਾਂ ਜਿਸ ਤਰੀਕੇ ਨਾਲ ਤਰਜਿੰਦਰ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਜਾਂ ਹੋਰ ਵਿਧਾਇਕਾਂ ਜਾਂ ਮੰਤਰੀਆਂ ਵੱਲੋਂ ਕਲੀਅਰ ਕੱਟ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਦੀ ਮੰਗ ਕੀਤੀ ਗਈ ਔਰ ਬਾਅਦ ਦੇ ਵਿੱਚ ਉਹ ਸਾਰੇ ਵਿਅਕਤੀ ਨਵਜੋਤ ਸਿੱਧੂ ਦੇ ਕਾਂਗਰਸ ਭਵਨ ਮੀਟਿੰਗ ਦੇ ਵਿੱਚ ਉਹ ਸ਼ਾਮਲ ਹੋਏ, ਇਸ ਦਾ ਪ੍ਰਭਾਵ ਕੇਵਲ ਇਹੋ ਹੀ ਦੇਂਦਾ ਸੀ ਕਿ ਜਿਹੜੀ ਆਪਣੀ ਕਮਜ਼ੋਰ ਮਾਨਸਿਕਤਾ ਆ ਉਸ ਦਾ ਪ੍ਰਭਾਵ ਲੋਕਾਂ ਤੇ ਨਾ ਪਵੇ, ਲੋਕਾਂ ਦੇ ਵਿੱਚ ਇਹ ਵਿਸ਼ਵਾਸ, ਲੋਕਾਂ ਨੂੰ ਇਹ ਦਵਾਇਆ ਜਾ ਸਕੇ ਕਿ ਅਸੀਂ ਪੂਰਨ ਤੌਰ ਤੇ ਮਜ਼ਬੂਤ ਹਾਂ, ਸਾਡੇ ਨਾਲ ਅਜੇ ਵੀ ਪੂਰਨ ਬਹੁਮਤ ਸ਼ਾਮਲ ਹੈਗਾ, ਅਸੀਂ ਕਿਸੇ ਵੀ ਪਾਸੋਂ ਤੋਂ ਕਮਜ਼ੋਰ ਜਿਹੜੇ ਨਹੀਂ ਗਏ। ਕੇਵਲ ਇਸ ਦਾ ਮਤਲਬ ਹਤਾਸ਼ ਕਰਨ ਦੀ ਨੀਤੀ ਸੀ, ਜਦ ਕਿ ਸੱਚਾਈ ਜਿਹੜੀ ਯਥਾਰਥ ਆ ਉਹ ਇਹਦੇ ਲਾਗੇ ਚੱਕੇ ਕਿਤੇ ਵੀ ਨਹੀਂ ਹੈ। ਯਥਾਰਥ ਬਿਲਕੁਲ ਇਹਨਾਂ ਦਾਅਵਿਆਂ ਦੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਧੜੇ ਵੱਲੋਂ ਕੀਤੇ ਜਾ ਰਹੇ ਨੇ ਬਿਲਕੁਲ ਇਸ ਦੇ ਉਲਟ ਹੈ। ਉਸ ਦਾ ਕਾਰਨ ਸਾਫ਼ ਤੁਸੀਂ ਆਪ ਬਿਆਨ ਕਰਤਾ, ਕੇਵਲ ਆਪਣੀ ਸਥਿਤੀ ਨੂੰ ਬਹਾਲ ਕਰਨ ਵਾਸਤੇ ਸੀ, ਆਪਣੀ ਸਥਿਤੀ ਨੂੰ ਮਜ਼ਬੂਤ ਦੱਸਣ ਵਾਸਤੇ ਸੀ ਔਰ ਕੈਪਟਨ ਅਮਰਿੰਦਰ ਸਿੰਘ ਦਾ ਯਤਨ ਹੈ ਕਿ ਇਹ ਪ੍ਰਭਾਵ ਪੰਜਾਬ ਦੇ ਲੋਕਾਂ ਵਿੱਚ ਸਮਰਥਕਾਂ 'ਚ ਜਾਵੇ ਜਾਂ ਲੋਕਾਂ ਜਨਤਾ 'ਚ ਜਾਵੇ ਕਿ ਅਜੇ ਮੈਂ ਮਜ਼ਬੂਤ ਹਾਂ, ਮੈਨੂੰ ਕਿਸੇ ਕਿਸਮ ਦਾ ਜਿਹੜਾ ਖੋਲਾ ਆ ਉਹ ਨਹੀਂ ਲੱਗਾ ਔਰ ਨਵਜੋਤ ਸਿੱਧੂ ਮੈਨੂੰ ਕਿਸੇ ਤਰੀਕੇ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ। ਉਹਨਾਂ ਨੇ ਕੇਵਲ ਇਸ ਪ੍ਰਭਾਵ ਦੇ ਲਈ ਉਹਨਾਂ ਨੂੰ ਇਹ ਜਿਹੜੀ ਸਥਿਤੀ ਪੇਸ਼ ਕੀਤੀ ਗਈ, ਜਦੋਂ ਕਿ ਅਸਲੀਅਤ ਜਿਹੜੀ ਆ ਬਿਲਕੁਲ ਇਸ ਤੇ ਉਲਟ ਆ। ਨਵਜੋਤ ਸਿੱਧੂ ਆਪਣੇ ਸਮਰਥਕਾਂ ਨਾਲ, ਆਪਣੇ ਵਿਧਾਇਕਾਂ ਨਾਲ ਅੱਜ ਦੀ ਗਿਣਤੀ ਵੀ ਉਹਦੀ ਉਨੀ ਹੀ ਹੈ ਜਿੰਨੀ ਅੱਜ ਤੋਂ ਮਹੀਨਾ ਪਹਿਲਾਂ ਜੀ ਕਿਸੇ ਵੀ ਪੱਖ ਤੋਂ ਉਹ ਧੜਾ ਜਿਹੜਾ ਕਮਜ਼ੋਰ ਦੀ ਹੋਇਆ। ਕੇਵਲ ਔਰ ਕੇਵਲ ਇੱਕ ਜਿਸ ਤਰ੍ਹਾਂ ਅਸੀਂ ਕਹਿੰਦੇ ਨਾ ਕਿ ਹਿਟਲਰ ਜਦੋਂ ਸੀ, ਹਿਟਲਰ ਦੀ ਇੱਕ ਨੀਤੀ ਰਹੀ ਆ ਕਿ ਉਹ ਕਹਿੰਦਾ ਸੀ ਕਿ ਜਦੋਂ ਝੂਠ ਬੋਲਣਾ 100 ਵਾਰੀ ਝੂਠ ਬੋਲੋ ਤਾਂ ਜੋ ਲੋਕਾਂ ਨੂੰ ਇਹ ਲੱਗਣ ਲੱਗ ਪਵੇ ਕਿ ਇਹ ਸੱਚ ਹੈਗਾ, ਤੇ ਝੂਠ ਜਿਹੜਾ ਸੀ ਉਹਦੇ ਪ੍ਰੋਪੇਗੈਂਡਾ ਦਾ ਇੱਕ ਹਿੱਸਾ ਸੀ। ਇਹਨੂੰ ਜਸਟ ਤੁਸੀਂ ਪ੍ਰੋਪੇਗੈਂਡਾ ਕਹਿ ਸਕਦੇ ਜੇ, ਜਿਹੜਾ ਕੇਵਲ ਔਰ ਕੇਵਲ ਨਵਜੋਤ ਸਿੱਧੂ ਦੇ ਜਦੋਂ ਪਰਦਾਫਾਸ਼ ਹੋ ਗਿਆ, ਇਹ ਝੂਠ ਦਾ ਜਦੋਂ ਪਰਦਾਫਾਸ਼ ਹੋਇਆ, ਕੀ ਲੱਗਦਾ ਹੈ ਕਿ ਜਿਹੜੇ ਮਨਸੂਬੇ ਸੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਫੇਲ ਹੋ ਗਏ? ਕੀ ਲੱਗਦਾ ਹੈ ਕਿ ਹੁਣ ਜਿਹੜੇ ਵਿਧਾਇਕ ਇਹ ਗੱਲ ਸੋਚਦੇ ਹੋਣਗੇ ਕਿ ਭਾਈ ਅਸੀਂ ਗਏ ਤਾਂ ਉੱਥੇ ਉਦਾਂ ਹੀ ਸੀ, ਇਹਨਾਂ ਨੇ ਦਿਖਾਈ ਤਸਵੀਰ ਕੁਝ ਉਦਾਂ ਵਾ, ਤਾਂ ਫਿਰ ਇਹਦੇ ਹੁਣ ਸਮੀਕਰਨ ਅੱਗੇ ਜਿਹੜੇ ਚੇਂਜ ਹੋਣਗੇ ਝੂਠ ਦਾ ਪਰਦਾਫਾਸ਼ ਹੋਣ ਤੋਂ ਬਾਅਦ ਉਹ ਫਿਰ ਕੀ ਕਿਹੋ ਜਿਹੇ ਬਣਨਗੇ? ਦੇਖੋ ਮਨਸੂਬੇ ਤਾਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਹੁਣ ਨਹੀਂ ਫੇਲ ਹੋਏ, ਮਨਸੂਬੇ ਤਾਂ ਪਿਛਲੇ ਲੰਮੇ ਸਮੇਂ ਤੋਂ ਉਹਨਾਂ ਦੇ ਫੇਲ ਹੁੰਦੇ ਆ ਰਹੇ ਆ। ਉਹ ਜਿਹੜੀ ਵੀ ਚਾਲ ਨਵਜੋਤ ਸਿੱਧੂ ਦੇ ਖਿਲਾਫ ਚੱਲਦੇ ਉਹੀ ਚਾਲ ਉਹਨਾਂ ਦੇ ਪੁੱਠੀ ਪੈ ਜਾਂਦੀ ਹੈ। ਤਾਂ ਇਹ ਸਾਰੀਆਂ ਸਥਿਤੀਆਂ ਦੇ ਵਿੱਚ ਜਦੋਂ ਤੁਸੀਂ ਇਸ ਨੂੰ ਦੇਖਦੇ ਜੇ, ਮਨਸੂਬੇ ਫੇਲ ਹੋਏ, ਚਾਲ ਹਰ ਪੁੱਠੀ ਪੈ ਰਹੀ ਔਰ ਕਿਸੇ ਵੀ ਪਾਸੇ ਤੋਂ ਕੋਈ ਗੱਲ ਜਿਹੜੀ ਆ ਉਹ ਤਨ ਪੱਤਰ ਜਿਹੜੀ ਆ ਉਹ ਨਹੀਂ ਲੱਗ ਰਹੀ। ਕਾਰਨ ਉਸ ਦਾ ਇਹ ਕਿ ਜੇਕਰ ਤੁਹਾਡੀ ਨੀਅਤ ਔਰ ਇੱਛਾ ਜਿਹੜੀ ਮਨਸ਼ਾ ਉਹ ਠੀਕ ਨਹੀਂ ਆ ਤਾਂ ਫਿਰ ਤੁਹਾਡੇ ਕਰਮਾਂ 'ਚ ਜਿਹੜੀ ਹਾਰ ਆ ਉਹ ਯਕੀਨੀ ਤੌਰ ਤੇ ਲਿਖੀ ਹੁੰਦੀ ਹੈ, ਜਿੱਤ ਤੁਹਾਡੇ ਨਸੀਬਾਂ 'ਚ ਨਹੀਂ ਹੁੰਦੀ। ਤੁਸੀਂ ਜਿਹੜਾ ਮਰਜ਼ੀ ਝੂਠ ਬੋਲੋ, ਜਿਸ ਤਰੀਕੇ ਨਾਲ ਤੁਸੀਂ ਆਹ ਗੱਲ ਕਰ ਰਹੇ ਜੇ ਕਿ ਵਿਧਾਇਕ ਗਏ, ਗਿਣਤੀ ਉਹਨਾਂ ਦੀ ਇਸ ਪਾਸੇ ਵਿਖਾਤੀ ਕਿ ਇਹ ਸਮਰਥਕ ਇਸ ਧੜੇ ਦੇ ਵਿੱਚ ਸ਼ਾਮਲ ਹੋਏ ਨੇ। ਕੱਲ ਨੂੰ ਇਹੋ ਹੀ ਵਿਧਾਇਕ ਜਿਸ ਤਰੀਕੇ ਨਾਲ ਉਦਣ ਤਰਜਿੰਦਰ ਸਿੰਘ ਬਾਜਵਾ ਦੇ ਨਿਵਾਸ ਸਥਾਨ ਤੇ ਜਦੋਂ ਮੀਟਿੰਗ ਹੋਈ ਉਹ ਤਾਂ ਉਹਨਾਂ ਵਿੱਚ ਵੀ 32 ਵਿਧਾਇਕ ਅਜਿਹੇ ਸ਼ਾਮਲ ਸਨ, ਤਾਂ ਬਾਹਰ ਚਾਣ ਕੇ 7 ਵਿਧਾਇਕਾਂ ਨੇ ਬੇਸ਼ੱਕ ਲਿਖ ਕੇ ਦੇ ਦਿੱਤਾ। ਹੁਣ ਕਾਰਨ ਇਹ ਹੈ ਕਿ ਹੁਣ ਉਹ ਲਿਖ ਕੇ ਨਹੀਂ ਦੇ ਸਕਦੇ ਕਿਉਂਕਿ ਹੁਣ ਅੱਜ ਦੀ ਇਸ ਮੀਟਿੰਗ ਦੇ ਵਿੱਚ ਜਿਹੜੀ ਰਾਤ ਦੇ ਡਿਨਰ ਡਿਪਲੋਮੇਸੀ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਣੀ ਸ਼ਾਮਲ ਸੀ। ਤਾਂ ਕੈਪਟਨ ਅਮਰਿੰਦਰ ਸਿੰਘ ਵੀ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਨੇ, ਤੇ ਮੁੱਖ ਮੰਤਰੀ ਅੱਜ ਤੋਂ ਘੱਟ 6 ਮਹੀਨੇ ਦਾ ਰਹਿਣਾ, ਤਾਂ ਕਈ ਤਰ੍ਹਾਂ ਦੇ ਕੰਮ ਜਿਹੜੇ ਕਈ ਤਰ੍ਹਾਂ ਦੇ ਜਿਹੜੀਆਂ ਨਿੱਕੀਆਂ ਜਿਹੜੀਆਂ ਲੋੜਾਂ ਨੇ ਉਹ ਕੈਪਟਨ ਅਮਰਿੰਦਰ ਸਿੰਘ ਰਾਹੀਂ ਪੂਰੀਆਂ ਹੋਣਾ ਨੇ। ਪਰ ਅੰਦਰੋਂ ਅੰਦਰੀ ਜਾਣ ਤੋਂ ਪਹਿਲਾਂ ਉਹ ਆਪਣੇ ਬੌਸ ਕਹਿੰਦਾ ਨਵਜੋਤ ਸਿੱਧੂ ਨੂੰ ਸਲਾਮੀ ਕਰਕੇ ਉਹਦੇ ਕੋਲ ਇਜਾਜ਼ਤ ਲੈ ਕੇ ਪਹੁੰਚੇ ਸਨ। ਸੋ ਇਹ ਵੇਖਣ ਵਾਲਾ ਹੋਏਗਾ ਕਿ ਆਉਂਦਿਆਂ ਕੁਝ ਦਿਨਾਂ 'ਚ ਜਿਹੜੀਆਂ ਸਥਿਤੀਆਂ ਨੇ ਕਿਹੋ ਜਿਹੀਆਂ ਸਾਹਮਣੇ ਆਉਂਦੀਆਂ ਨੇ। ਕਹਿਣ ਦਾ ਅਰਥ ਸਾਫ਼ ਔਰ ਸਪਸ਼ਟ ਸ਼ਬਦਾਂ 'ਚ ਕਹਿ ਦਈਏ ਕਿ ਰਾਤ ਦੀ ਮੀਟਿੰਗ ਡਿਨਰ ਡਿਪਲੋਮੇਸੀ ਕੇਵਲ ਔਰ ਕੇਵਲ 27 ਵਿਧਾਇਕ ਸ਼ਾਮਲ ਸਨ। ਇਹ ਕੈਪਟਨ ਅਮਰਿੰਦਰ ਸਿੰਘ ਧੜੇ ਵੱਲੋਂ ਆਪਣੀ ਪੋਜੀਸ਼ਨ ਨੂੰ ਮਜ਼ਬੂਤ ਕਰਨ ਵਾਸਤੇ, ਲੋਕਾਂ ਵਿੱਚ ਇੱਕ ਭਰਮ ਦੀ ਸਥਿਤੀ ਪੈਦਾ ਕਰਨ ਵਾਸਤੇ ਕੀਤਾ ਗਿਆ।
ਤਾਂ ਜੋ ਨਵਜੋਤ ਸਿੱਧੂ ਦੇ ਸਮਰਥਕਾਂ ਦੇ ਵਿੱਚ ਇੱਕ ਨਿਰਾਸ਼ਾ ਦੇ ਮਾਹੌਲ ਨੂੰ ਪੈਦਾ ਕੀਤਾ ਜਾ ਸਕੇ, ਜਦੋਂ ਕਿ ਸੱਚਾਈ ਇਸ ਦੇ ਪੂਰਨ ਤੌਰ ਤੇ ਉਲਟ ਜਿਹੜੀ ਆ ਸਾਫ਼ ਔਰ ਸਪਸ਼ਟ ਸ਼ਬਦਾਂ 'ਚ ਨਜ਼ਰ ਆ ਰਹੀ ਹੈ। ਜੀ ਸੁਖਵਿੰਦਰ ਜੀ। ਬਿਲਕੁਲ। ਤਾਂ ਅਣਖੀ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਹ ਸੀ ਸਿਆਸਤ ਦਾ ਉਹ ਲੁਕਮਾ ਸੱਚ ਜਿਹੜਾ ਅਸੀਂ ਤੁਹਾਨੂੰ ਦੱਸਿਆ ਕਿ ਰਾਤੀ ਜਿਹੜਾ ਪੰਜਾਬ ਦੀ ਸਿਆਸਤ ਦੇ ਅੰਦਰ ਆਪਣੀ ਸਥਿਤੀ ਮਜ਼ਬੂਤ ਕਰਨ ਦੇ ਲਈ ਕੁਝ ਵੱਡੇ ਲੀਡਰਾਂ ਦੇ ਵੱਲੋਂ ਜਿਹੜਾ ਵੱਡਾ ਝੂਠ ਬੋਲਿਆ ਗਿਆ, ਉਸ ਝੂਠ ਦਾ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਪਰਦਾਫਾਸ਼ ਕੀਤਾ ਹੈ। ਉਸ ਝੂਠ ਦਾ ਜਿਹੜਾ ਲੁਕਮਾ ਸੱਚ ਸੀ ਅਸੀਂ ਉਹ ਤੁਹਾਡੇ ਅੱਗੇ ਰੱਖਿਆ। ਉਮੀਦ ਕਰਦੇ ਹਾਂ ਕਿ ਤੁਹਾਨੂੰ ਜਿਹੜਾ ਸਾਡਾ ਇਹ ਪ੍ਰੋਗਰਾਮ ਆ ਜ਼ਰੂਰ ਪਸੰਦ ਆਇਆ ਹੋਊਗਾ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।